ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੀਐਸ ਸਟੱਡ ਦੇ ਲਈ ਇੱਕ ਸਪੈਸ਼ਲ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਸੀਡੀਪੀ ਡਿਸਕਸ ਕਰਾਂਗੇ। ਸੀਡੀਪੀ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਆਪਾਂ ਇਹ ਵੀਡੀਓ ਦੇ ਵਿੱਚ ਦੇਖਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਸੀਡੀਪੀ ਦੇ 2 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ। ਪੰਜਾਬ ਜੀ ਕੇ ਮਾਡਰਨ ਹਿਸਟਰੀ, ਪੋਲਿਟੀ ਅਤੇ ਜੋਗਰਾਫੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਤਾਂ ਜੇਕਰ ਤੁਸੀਂ ਆਪਣੀ SST ਦੀ ਤਿਆਰੀ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਆਪਣੀਆਂ ਵੀਡੀਓਜ਼ ਮਾਡਰਨ ਹਿਸਟਰੀ, ਪੋਲਿਟੀ ਅਤੇ ਜੋਗਰਾਫੀ ਦੀਆਂ ਪਲੇਲਿਸਟ ਦੇ ਵਿੱਚ ਜਾਓ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ, ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਉਹ ਵੀਡੀਓਜ਼ ਤੁਹਾਨੂੰ SST ਦੇ ਵਿੱਚ ਬਹੁਤ ਫਾਇਦਾ ਦੇਣਗੀਆਂ। ਅੱਜ ਦਾ ਜੋ ਆਪਣਾ ਸੈਸ਼ਨ ਹੈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਤਾਂ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਸੈਸ਼ਨ ਨੂੰ ਮਿਸ ਨਾ ਕਰਿਓ, ਐਂਡ ਤੱਕ ਦੇਖਿਓ, ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੀਐਸ ਸਟੱਡ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸਿੱਖਿਆ ਦੀ ਉਪਜ ਨਹੀਂ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਪ੍ਰੋਡਕਟ ਆਫ ਲਰਨਿੰਗ? ਸਕਿੱਲ, ਨੌਲੇਜ, ਮੈਚੂਰੇਸ਼ਨ ਜਾਂ ਫਿਜ਼ੀਕਲ ਸਟਰਕਚਰ? ਤਾਂ ਬਹੁਤ ਧਿਆਨ ਦੇ ਨਾਲ ਤੁਸੀਂ ਆਨਸਰ ਦੇਣਾ, ਕਿਉਂਕਿ ਸੀਡੀਪੀ ਦੇ ਵਿੱਚ ਬਹੁਤ ਸਾਰੇ ਕੁਐਸਚਨ ਆਪਣੀ ਕਾਮਨ ਸੈਂਸ 'ਤੇ ਆਧਾਰਿਤ ਹੁੰਦੇ ਨੇ, ਜਿਹਦੇ ਵਿੱਚ ਆਪਣੀ ਸਮਝ ਪਰਖੀ ਜਾਂਦੀ ਹੈ ਕਿ ਆਪਾਂ ਨੂੰ ਕਿੰਨੀ ਕੁ ਨੌਲੇਜ ਹੈ। ਤਾਂ ਇਹਨਾਂ ਵਿੱਚੋਂ ਕਿਹੜਾ ਆਊਗਾ? ਸਕਿੱਲ ਹੈ ਜਿਹੜਾ ਉਹ ਹੁਨਰ, ਇਹ ਵੀ ਨਹੀਂ ਆ ਸਕਦਾ, ਕਿਉਂਕਿ ਸਕਿੱਲ ਆਪਾਂ ਨੂੰ ਸਿੱਖਿਆ ਨਾਲ ਹੀ ਆਉਂਦੀ ਹੈ। ਜੇ ਆਪਾਂ ਕੁਛ ਸਿੱਖਦੇ ਹਾਂ, ਕੁਛ ਲਰਨ ਕਰਦੇ ਹਾਂ, ਤਾਂ ਹੀ ਆਪਾਂ ਸਕਿੱਲਫੁਲ ਹੁੰਦੇ ਹਾਂ, ਤਾਂ ਹੀ ਆਪਣੇ 'ਚ ਕੋਈ ਨਾ ਕੋਈ ਹੁਨਰ ਆਉਂਦਾ। ਜਿਹੜੀ ਆਪਣੀ ਨੌਲੇਜ ਹੈ ਇਹ ਵੀ ਸਿੱਖਿਆ ਦੀ ਇੱਕ ਉਪਜ ਹੈ, ਕਿਉਂਕਿ ਜੇ ਆਪਾਂ ਸਿੱਖਾਂਗੇ ਕੁਛ ਤਾਂ ਆਪਾਂ ਨੂੰ ਨੌਲੇਜ ਵੀ ਆਊਗੀ। ਠੀਕ ਹੈ। ਜਿਹੜਾ ਆਪਣਾ ਫਿਜ਼ੀਕਲ ਸਟਰਕਚਰ ਹੈ ਇਹ ਵੀ ਸਿੱਖਿਆ ਦੀ ਇੱਕ ਉਪਜ ਹੈ, ਕਿਉਂਕਿ ਜਦੋਂ ਆਪਾਂ ਫਿਜ਼ੀਕਲ ਐਕਟੀਵਿਟੀਜ਼ ਕਰਦੇ ਹਾਂ, ਆਪਾਂ ਐਕਸਰਸਾਈਜ਼ ਕਰਦੇ ਹਾਂ, ਫਿਰ ਹੀ ਆਪਣੀ ਜਿਹੜੀ ਸਰੀਰਕ ਬਣਤਰ ਹੈ ਉਹ ਵਧੀਆ ਬਣਦੀ ਹੈ। ਅਤੇ ਆਪਾਂ ਸਿੱਖਦੇ ਹਾਂ, ਸਿੱਖ ਕੇ ਇਹ ਆਪਾਂ ਫਿਜ਼ੀਕਲ ਸਟਰਕਚਰ ਆਪਣਾ ਵਧੀਆ ਬਣਾਉਂਦੇ ਹਾਂ। ਤਾਂ ਇਹ ਤਿੰਨੋਂ ਨਹੀਂ ਆ ਸਕਦੇ। ਤਾਂ ਜਿਹੜਾ ਆਊਗਾ ਉਹ ਆਊਗਾ ਆਨਸਰ ਨੰਬਰ 3, ਮੈਚੂਰੇਸ਼ਨ। ਮੈਚੂਰੇਸ਼ਨ ਕੀ ਹੈ? ਇਹ ਆਪਣਾ ਜਦੋਂ ਆਪਣੀ ਗਰੋਥ ਹੁੰਦੀ ਹੈ ਤਾਂ ਗਰੋਥ ਦਾ ਇੱਕ ਪਾਰਟ ਹੈ, ਮਤਲਬ ਇੱਕ ਟਾਈਮ 'ਤੇ ਆ ਕੇ ਆਪਾਂ ਮੈਚੋਰ ਹੋ ਜਾਂਦੇ ਹਾਂ। ਤਾਂ ਇਹ ਮੈਚੂਰੇਸ਼ਨ ਹੈ, ਇਹ ਹਰ ਇੱਕ ਦੇ ਵਿੱਚ ਆਉਣੀ ਹੀ ਆਉਣੀ ਹੈ, ਇਹਦਾ ਸਿੱਖਿਆ ਨਾਲ ਕੋਈ ਲੈਣਾ ਦੇਣਾ ਨਹੀਂ। ਠੀਕ ਹੈ ਜੀ। ਤਾਂ ਮੈਚੂਰੇਸ਼ਨ ਇਹਦੇ ਵਿੱਚੋਂ ਇੱਕ ਅਲੱਗ ਪੁਆਇੰਟ ਹੈ। ਠੀਕ ਹੈ ਜੀ। ਤਾਂ ਬਾਕੀ ਇਹ ਤਿੰਨੋਂ ਸਿੱਖਿਆ ਦੀ ਉਪਜ ਨੇ। ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇੱਕ ਵਿਚਾਰ ਜੋ ਨਵਾਂ ਹੈ, ਲਾਭਦਾਇਕ ਹੈ ਅਤੇ ਮੌਲਿਕ ਹੈ, ਕੀ ਕਹਾਉਂਦਾ ਹੈ? ਅ ਥਿੰਕਿੰਗ ਪ੍ਰੋਸੈਸ ਦੈਟ ਪ੍ਰੋਡਿਊਸਿੰਗ ਦੀ ਆਈਡੀਆ ਆਫ ਕੰਸੈਪਟ ਦੈਟ ਇਜ਼ ਨਿਊ, ਓਰੀਜਨਲ ਐਂਡ ਯੂਜ਼ਫੁਲ ਇਜ਼ ਟਰਮਡ ਐਜ਼? ਕ੍ਰੀਏਟੀਵਿਟੀ ਕਹਿੰਦੇ ਆ, ਇਨੋਵੇਸ਼ਨ ਕਹਿੰਦੇ ਆ, ਇੰਟੈਲੀਜੈਂਸ ਕਹਿੰਦੇ ਆ, ਜਾਂ ਸਿਨੈਟਿਕਸ ਕਹਿੰਦੇ ਆ? ਤਾਂ ਕੀ ਕਹਿੰਦੇ ਆ ਉਹਨੂੰ ਆਪਾਂ? ਜਿਹੜਾ ਇੱਕ ਨਵਾਂ ਵਿਚਾਰ ਹੈ ਜੋ ਆਪਣੇ ਲਈ ਫਾਇਦੇਮੰਦ ਵੀ ਹੈ ਅਤੇ ਓਰੀਜਨਲ ਵੀ ਹੈ, ਤਾਂ ਉਹ ਕੀ ਕਹਾਉਂਦਾ? ਕ੍ਰੀਏਟੀਵਿਟੀ ਕਹਾਉਂਦਾ, ਰਚਨਾਤਮਕਤਾ ਕਹਾਉਂਦਾ, ਕਾਢ ਕਹਾਉਂਦਾ, ਬੁੱਧੀ ਕਹਾਉਂਦਾ, ਜਾਂ ਸਿਨੈਟਿਕਸ ਕਹਾਉਂਦਾ? ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਇਹ ਕੁਐਸਚਨ ਉਹ ਨੇ ਜਿਹੜੇ ਪੀਐਸ ਟੈਟ ਦੇ ਵਿੱਚ ਵਾਰ-ਵਾਰ ਰਿਪੀਟ ਹੋਏ ਕੁਐਸਚਨ ਨੇ। ਠੀਕ ਹੈ ਜੀ। ਤਾਂ ਇਹ ਵੀਡੀਓ ਆਪਣੀ ਪੀਐਸ ਟੈਟ, ਸੀ ਟੈਟ, ਜਿੰਨੇ ਵੀ ਆਪਣੇ ਜਿਹਦੇ ਵਿੱਚ ਸੀਡੀਪੀ ਜਿਹੜੇ ਐਗਜ਼ਾਮ ਦੇ ਵਿੱਚ ਆਉਂਦੀ ਹੈ, ਤਾਂ ਉਹਦੇ ਲਈ ਆਪਣੀ ਵੀਡੀਓਜ਼ ਬਹੁਤ ਇੰਪੋਰਟੈਂਟ ਨੇ। ਤਾਂ ਸਾਰੀਆਂ ਵੀਡੀਓਜ਼ ਨੂੰ ਅਟੈਂਡ ਕਰਿਓ, ਆਪਣੇ ਲਗਾਤਾਰ ਸੈਸ਼ਨ ਆਉਣੇ ਆ, ਤਾਂ ਤੁਹਾਨੂੰ ਪੀਐਸ ਟੈਟ ਦੇ ਵਿੱਚ ਬਹੁਤ ਫਾਇਦਾ ਹੋਣਾ ਇਸ ਚੀਜ਼ ਤੋਂ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1, ਉਹਨੂੰ ਕ੍ਰੀਏਟੀਵਿਟੀ ਕਹਿੰਦੇ ਆਪਾਂ, ਰਚਨਾਤਮਕਤਾ ਕਹਿੰਦੇ ਆ। ਇਨੋਵੇਸ਼ਨ ਇਹਦੇ ਵਿੱਚ ਤਾਂ ਇਹ ਜਿਹੜੇ ਸਾਰੇ ਆਪਸ਼ਨ ਨੇ ਆਪਾਂ ਨੂੰ ਐਵੇਂ ਲੱਗਦਾ ਕਿ ਇਨੋਵੇਸ਼ਨ ਵੀ ਆ ਸਕਦਾ, ਇੰਟੈਲੀਜੈਂਸ ਵੀ ਆ ਸਕਦਾ, ਸਿਨੈਟਿਕਸ ਵੀ ਆ ਸਕਦਾ। ਤਾਂ ਆਪਾਂ ਇਹਦੇ 'ਚੋਂ ਬੈਸਟ ਆਨਸਰ ਚੁਣਨਾ ਹੁੰਦਾ। ਠੀਕ ਹੈ। ਇਨੋਵੇਸ਼ਨ ਵੀ ਇਹਦੇ ਨਾਲ ਲਿੰਕ ਕਰਦੀ ਹੈ ਇਹ ਚੀਜ਼ ਕਿ ਇਨੋਵੇਸ਼ਨ, ਬਟ ਇਨੋਵੇਸ਼ਨ ਆਪਾਂ ਉਦੋਂ ਕਰਦੇ ਹਾਂ ਜਦੋਂ ਉਹ ਚੀਜ਼ ਨੂੰ ਆਪਾਂ ਮਤਲਬ ਸਾਹਮਣੇ, ਲੋਕਾਂ ਦੇ ਸਾਹਮਣੇ ਲੈ ਆਉਂਦੇ ਹਾਂ, ਤਾਂ ਇਨੋਵੇਸ਼ਨ ਉਹਨੂੰ ਕਿਹਾ ਜਾਂਦਾ। ਕਾਢ ਜਦੋਂ ਆਪਾਂ ਕੱਢਦੇ ਹਾਂ ਕਿਸੇ ਚੀਜ਼ ਦੀ, ਤਾਂ ਪਹਿਲਾਂ ਜਿਹੜਾ ਵਿਚਾਰ ਕਿੱਥੇ ਆਉਂਦਾ, ਉਹ ਆਪਣੇ ਮਾਈਂਡ ਦੇ ਵਿੱਚ ਆਉਂਦਾ। ਤਾਂ ਇਹਨਾਂ ਨੇ ਉਹੀ ਗੱਲ ਪੁੱਛੀ ਹੈ ਕਿ ਜਿਹੜਾ ਵਿਚਾਰ ਹੈ, ਤਾਂ ਵਿਚਾਰ ਬਾਰੇ ਪੁੱਛਿਆ। ਤਾਂ ਵਿਚਾਰ ਆਪਾਂ ਠੀਕ ਹੈ, ਕਾਢ ਵੀ ਇਹਦੇ ਨਾਲ ਆ ਸਕਦਾ, ਬਟ ਸਭ ਤੋਂ ਜਿਹੜਾ ਬੈਸਟ ਆਨਸਰ ਹੈ ਉਹ ਕ੍ਰੀਏਟੀਵਿਟੀ ਹੈ, ਕਿਉਂਕਿ ਜਿਹੜਾ ਵਿਚਾਰ ਆਉਂਦਾ ਉਹ ਪਹਿਲਾਂ ਆਪਣੇ ਮਾਈਂਡ 'ਚ ਆਉਂਦਾ। ਠੀਕ ਹੈ। ਆਪਾਂ ਕ੍ਰੀਏਟਿਵ ਹੁੰਦੇ ਹਾਂ, ਉਸ ਤੋਂ ਬਾਅਦ ਹੀ ਆਪਾਂ ਕਾਢ ਕੱਢਦੇ ਹਾਂ। ਠੀਕ ਹੈ ਜੀ। ਤਾਂ ਇਸ ਕਰਕੇ ਇਹਦਾ ਆਨਸਰ ਜਿਹੜਾ ਆਊਗਾ ਉਹ ਕ੍ਰੀਏਟੀਵਿਟੀ ਆਊਗਾ। ਤਾਂ ਇੱਕ ਵਿਚਾਰ ਜੋ ਨਵਾਂ ਹੈ, ਜਿਹੜਾ ਨਿਊ ਹੈ, ਮਤਲਬ ਨਵਾਂ ਵਿਚਾਰ ਆਪਣੇ ਮਾਈਂਡ 'ਚ ਆਇਆ, ਆਪਣੇ ਲਈ ਫਾਇਦੇਮੰਦ ਵੀ ਹੈ ਅਤੇ ਉਹ ਓਰੀਜਨਲ ਵੀ ਹੈ। ਠੀਕ ਹੈ। ਤਾਂ ਕਾਢ ਉਹ ਤੋਂ ਬਾਅਦ ਅਗਲਾ ਸਟੈਪ ਹੈ। ਤਾਂ ਪਹਿਲਾ ਜਿਹੜਾ ਸਟੈਪ ਹੈ ਉਹ ਰਚਨਾਤਮਕਤਾ, ਕ੍ਰੀਏਟੀਵਿਟੀ। ਠੀਕ ਹੈ ਜੀ। ਤਾਂ ਇਹਦਾ ਆਨਸਰ ਆਊਗਾ ਕ੍ਰੀਏਟੀਵਿਟੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, NCF 2005 ਦੇ ਅਨੁਸਾਰ
ਇੱਕ ਅਧਿਆਪਕ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ। ਤਾਂ NCF 2005 ਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਬਹੁਤ ਪੁੱਛੇ ਜਾਣਗੇ, ਠੀਕ ਹੈ ਜੀ। ਤਾਂ ਜਿਹੜੇ ਕੁਐਸਚਨ ਤੁਹਾਨੂੰ ਪਹਿਲਾਂ ਪੁੱਛੇ ਗਏ ਨੇ ਅਤੇ ਅੱਗੇ ਪੁੱਛਣ ਦੀ ਸੰਭਾਵਨਾ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ, ਠੀਕ ਹੈ। ਫਾਲਤੂ ਕੰਟੈਂਟ ਤੁਹਾਡੇ ਨਾਲ ਆਪਾਂ ਡਿਸਕਸ ਨਹੀਂ ਕਰਦੇ। ਆਪਣਾ ਇੱਕ ਕੁਐਸਚਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਅਕੋਰਡਿੰਗ ਟੂ NCF 2005 ਦੀ ਰੋਲ ਆਫ ਅ ਟੀਚਰ ਇਜ਼ ਅਥੋਰਿਟੀ, ਡਿਕਟੇਟਰ, ਪ੍ਰੈਮਿਸਿਵ ਜਾਂ ਫੈਸਿਲੀਟੇਟਰ। NCF 2005 ਦੇ ਅਨੁਸਾਰ ਹੈ ਜਿਹੜਾ ਅਧਿਆਪਕ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ, ਉਹ ਅਧਿਕਾਰੀ ਹੋਣਾ ਚਾਹੀਦਾ, ਤਾਨਾਸ਼ਾਹ ਹੋਣਾ ਚਾਹੀਦਾ, ਉਦਾਰ ਹੋਣਾ ਚਾਹੀਦਾ ਜਾਂ ਮਦਦਗਾਰ ਹੋਣਾ ਚਾਹੀਦਾ। ਤਾਂ ਇਹ 'ਚੋਂ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ, ਠੀਕ ਹੈ ਜੀ। ਤਾਂ ਆਪਾਂ ਪ੍ਰੈਮਿਸਿਵ ਅਤੇ ਫੈਸਿਲੀਟੇਟਰ ਦੇ ਵਿੱਚ ਆਪਾਂ ਕਨਫਿਊਜ਼ ਹੋਵਾਂਗੇ ਕਿ ਉਦਾਰ ਜਾਂ ਮਦਦਗਾਰ, ਹੈ ਨਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਉਹ ਮਦਦਗਾਰ ਹੋਣਾ ਚਾਹੀਦਾ, ਫੈਸਿਲੀਟੇਟਰ ਹੋਣਾ ਚਾਹੀਦਾ, ਜਿਹੜਾ ਅਧਿਆਪਕ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4, ਫੈਸਿਲੀਟੇਟਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਧਿਆਪਨ ਪ੍ਰਣਾਲੀ ਨੂੰ ਤਰਤੀਬਵਾਰ ਲਗਾਓ। ਹਾਂ, ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਅਰੇਂਜ ਦੀ ਫੋਲੋਇੰਗ ਪ੍ਰੋਸੈਸ ਆਫ ਟੀਚਿੰਗ। ਆਪਾਂ ਟੀਚਿੰਗ ਕਿਵੇਂ ਕਰਾਂਗੇ? ਮੰਨ ਲਓ ਤੁਸੀਂ ਟੀਚਰ ਬਣੋਗੇ ਅੱਗੇ ਜਾ ਕੇ, ਤਾਂ ਤੁਸੀਂ ਟੀਚਿੰਗ ਕਿਵੇਂ ਕਰੋਗੇ? ਟੀਚਿੰਗ ਤੁਹਾਡਾ ਜਿਹੜਾ ਸਹੀ ਪ੍ਰੋਸੈਸ ਉਹ ਕੀ ਹੈ? ਵਿਸ਼ਾ ਵਸਤੂ ਦੀ ਚੋਣ, ਮੁਲਾਂਕਣ, ਫੀਡਬੈਕ, ਉਦੇਸ਼, ਅਧਿਆਪਨ। ਤਾਂ ਇਹਨੂੰ ਤੁਸੀਂ ਸਹੀ ਆਰਡਰ ਦੇ ਵਿੱਚ ਲਗਾਉਣਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ ਇਹਦਾ C ਆਨਸਰ ਹੈ, ਠੀਕ ਹੈ ਜੀ। C ਆਨਸਰ ਹੈ ਇਹਦਾ। ਸਭ ਤੋਂ ਪਹਿਲਾਂ ਜਿਹੜਾ ਆਊਗਾ ਉਦੇਸ਼, ਓਬਜੈਕਟਿਵਸ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਓਬਜੈਕਟਿਵਸ ਕਹਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਜਦੋਂ ਆਪਾਂ ਪੜ੍ਹਾਉਣੀ ਹੈ ਤਾਂ ਜਿਹੜਾ ਉਹਦਾ ਓਬਜੈਕਟਿਵ ਹੈ ਉਹ ਆਪਾਂ ਨੂੰ ਪਹਿਲਾਂ ਸੈੱਟ ਕਰਨਾ ਪਊਗਾ, ਠੀਕ ਹੈ ਜੀ। ਤਾਂ ਆਪਾਂ ਉਹਦਾ ਓਬਜੈਕਟਿਵ ਹੈ ਜਿਹੜਾ ਉਹ ਪਹਿਲਾਂ ਸੈੱਟ ਕਰਾਂਗੇ। ਉਸ ਤੋਂ ਬਾਅਦ ਆਪਾਂ ਆਪਣਾ ਲੈਸਨ ਪਲਾਨ ਬਣਾਵਾਂਗੇ, ਵਿਸ਼ਾ ਵਸਤੂ ਦੀ ਚੋਣ, ਠੀਕ ਹੈ। ਉਹ ਤੋਂ ਬਾਅਦ ਆਪਣਾ ਲੈਸਨ ਆਪਾਂ ਸਿਲੈਕਟ ਕਰਾਂਗੇ, ਠੀਕ ਹੈ ਜੀ। ਪਹਿਲਾਂ ਆਪਾਂ ਉਦੇਸ਼ ਚੁਣਾਂਗੇ ਵੀ ਇਹ ਮੇਰੇ ਪੜ੍ਹਾਉਣ ਦਾ ਉਦੇਸ਼ ਕੀ ਹੈ। ਦੂਸਰੇ ਨੰਬਰ 'ਤੇ ਆਪਾਂ ਵਿਸ਼ਾ ਚੁਣਾਂਗੇ ਕਿ ਮੇਰਾ ਵਿਸ਼ਾ ਕੀ ਹੈ ਜਿਹੜਾ ਮੈਂ ਪੜ੍ਹਾਉਣਾ ਹੈ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆਪਣਾ ਅਧਿਆਪਨ ਚੱਲ ਪਊਗਾ, ਠੀਕ ਹੈ ਜੀ। ਤੀਸਰੇ ਨੰਬਰ 'ਤੇ ਆਪਣਾ ਅਧਿਆਪਨ ਆਊਗਾ। ਫਿਰ ਆਪਾਂ ਕਲਾਸ ਦੇ ਵਿੱਚ ਜਾਵਾਂਗੇ ਅਤੇ ਬੱਚਿਆਂ ਨੂੰ ਪੜ੍ਹਾਵਾਂਗੇ। ਉਸ ਤੋਂ ਬਾਅਦ ਆਪਾਂ ਜਿਹੜਾ ਆਪਾਂ ਪੜ੍ਹਾਇਆ ਹੈਗਾ ਉਹਦਾ ਆਪਾਂ ਇਵੈਲੂਏਸ਼ਨ ਕਰਾਂਗੇ, ਜਿਹਨੂੰ ਆਪਾਂ ਮੁਲਾਂਕਣ ਕਹਿੰਦੇ ਹਾਂ, ਠੀਕ ਹੈ। ਉਹਦਾ ਆਪਾਂ ਇਵੈਲੂਏਸ਼ਨ ਕਰਾਂਗੇ ਕਿ ਬੱਚਿਆਂ ਨੇ ਕੀ ਸਿੱਖਿਆ, ਠੀਕ ਹੈ। ਤਾਂ ਐਂਡ 'ਤੇ ਜਿਹੜਾ ਆਪਣਾ ਆਊਗਾ ਉਹ ਆਊਗਾ ਫੀਡਬੈਕ। ਤਾਂ ਫੀਡਬੈਕ ਤੁਸੀਂ ਹਮੇਸ਼ਾ ਐਂਡ 'ਤੇ ਰੱਖਣਾ, ਕਿਉਂਕਿ ਫੀਡਬੈਕ ਐਂਡ 'ਤੇ ਹੀ ਲਿਆ ਜਾਂਦਾ ਹੁੰਦਾ, ਠੀਕ ਹੈ ਜੀ। ਤਾਂ ਫੀਡਬੈਕ ਦੇ ਵਿੱਚ ਬੱਚੇ ਆਪਾਂ ਨੂੰ ਦੱਸਣਗੇ ਕਿ ਤੁਹਾਡੇ ਪੜ੍ਹਾਉਣ ਦਾ ਸਾਡੇ 'ਤੇ ਕੀ ਪ੍ਰਭਾਵ ਪਿਆ, ਅਸੀਂ ਕੀ ਸਿੱਖਿਆ, ਠੀਕ ਹੈ ਜੀ। ਤਾਂ ਜਿਹੜਾ ਫੀਡਬੈਕ ਹੈ ਉਹ ਐਂਡ 'ਤੇ ਆਊਗਾ, ਇਹ ਤੁਸੀਂ ਯਾਦ ਰੱਖਣਾ। ਤਾਂ ਇਹਦਾ ਜਿਹੜਾ ਇਹ ਪ੍ਰੋਸੈਸ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਅਗਲਾ ਜਿਹੜਾ ਕੁਐਸਚਨ ਹੈ, ਪਹਿਚਾਣ ਬਨਾਮ ਭੂਮਿਕਾ ਉਲਝਣ ਦੀ ਧਾਰਨਾ ਕਿਸ ਪੜਾਅ ਵਿੱਚ ਹੁੰਦੀ ਹੈ? ਦੇ ਕਨਸੈਪਟ ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਹੈਪਨਸ ਇਨ ਵਿਚ ਸਟੇਜ? ਅਰਲੀ ਚਾਈਲਡਹੁੱਡ, ਅਡੋਲੇਸੈਂਸ, ਚਾਈਲਡਹੁੱਡ ਜਾਂ ਇਨਫੈਂਸੀ? ਪਹਿਚਾਣ ਬਨਾਮ ਰੋਲ ਕਨਫਿਊਜ਼ਨ। ਰੋਲ ਕਨਫਿਊਜ਼ਨ ਮਤਲਬ ਵੀ ਉਹ ਕੀ ਰੋਲ ਨਿਭਾਵੇ, ਠੀਕ ਹੈ। ਤੁਹਾਨੂੰ ਪਤਾ ਨਹੀਂ ਹੁੰਦਾ ਬੱਚੇ ਨੂੰ, ਠੀਕ ਹੈ। ਉਹਨੂੰ ਪਹਿਚਾਣ ਨਹੀਂ ਹੁੰਦੀ ਆਪਣੇ ਆਪ ਦੀ, ਠੀਕ ਹੈ। ਉਹਨੂੰ ਉਹ ਰੋਲ ਦੇ ਵਿੱਚ ਕਨਫਿਊਜ਼ ਹੁੰਦਾ ਕਿ ਮੈਂ ਕੀ ਰੋਲ ਅਦਾ ਕਰ ਰਿਹਾ, ਠੀਕ ਹੈ, ਦੁਨੀਆ ਦੇ ਵਿੱਚ, ਠੀਕ ਹੈ। ਤਾਂ ਇਹਦੇ ਵਿੱਚ ਉਹਨੂੰ ਕਨਫਿਊਜ਼ਨ ਜਿਹੀ ਹੁੰਦੀ ਹੈ ਥੋੜ੍ਹੀ ਜਿਹੀ। ਤਾਂ ਇਹ ਚੀਜ਼ ਕਿਹੜੀ ਸਟੇਜ ਦੇ ਵਿੱਚ ਹੁੰਦੀ ਹੈ? ਅਰਲੀ ਚਾਈਲਡਹੁੱਡ ਦੇ ਵਿੱਚ ਹੁੰਦੀ ਹੈ, ਅਡੋਲੇਸੈਂਸ ਦੇ ਵਿੱਚ ਹੁੰਦੀ ਹੈ, ਚਾਈਲਡਹੁੱਡ ਦੇ ਵਿੱਚ ਹੁੰਦੀ ਹੈ ਜਾਂ ਇਨਫੈਂਸੀ ਦੇ ਵਿੱਚ ਹੁੰਦੀ ਹੈ? ਇੰਗਲਿਸ਼ ਦੇ ਵਿੱਚ ਮੈਂ ਤਾਂ ਕਰਕੇ ਰੱਖਦਾ ਕਿਉਂਕਿ ਤੁਹਾਨੂੰ ਇੰਗਲਿਸ਼ ਦੇ ਵਿੱਚ ਵਧੀਆ ਸਮਝ ਆਉਂਦੀ ਹੈ। ਜਿਹੜੀ ਆਪਣੀ ਇਹ ਸਾਈਕੋਲੋਜੀ ਹੁੰਦੀ ਹੈ, ਇੰਗਲਿਸ਼ ਦੇ ਵਿੱਚ ਆਪਾਂ ਨੂੰ ਵਧੀਆ ਸਮਝ ਆ ਜਾਂਦੀ ਹੈ। ਪੰਜਾਬੀ 'ਚ ਥੋੜ੍ਹੇ ਜਿਹੇ ਟਫ ਹੁੰਦੇ ਨੇ ਸ਼ਬਦ ਜਿਹੜੇ ਹੁੰਦੇ ਨੇ ਆਪਣੇ ਯਾਦ ਕਰਨੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, ਅਡੋਲੇਸੈਂਸ। ਇਹ ਉਮਰ ਹੁੰਦੀ ਹੈ ਜਦੋਂ ਉਹਨੂੰ ਪਹਿਚਾਣ ਨਹੀਂ ਹੁੰਦੀ ਆਪਣੇ ਆਪ, ਉਹਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਮੈਂ ਕੀ ਕਰਾਂ, ਠੀਕ ਹੈ। ਮੇਰਾ ਰੋਲ ਕੀ ਹੈ, ਮੈਂ ਕਿਉਂ ਇੱਥੇ ਆਇਆ, ਠੀਕ ਹੈ। ਮਤਲਬ ਤਾਂ ਉਹਨੂੰ ਇਹ ਚੀਜ਼ ਦੀ ਪਹਿਚਾਣ ਨਹੀਂ ਹੁੰਦੀ, ਆਪਣੀ ਆਈਡੈਂਟੀਟੀ ਮਤਲਬ ਪ੍ਰੋਪਰ ਉਹ ਬਣਾ ਨਹੀਂ ਸਕਿਆ ਹੁੰਦਾ ਹਜੇ। ਤਾਂ ਉਹ ਕਿਹੜੀ ਉਮਰ ਹੁੰਦੀ ਹੈ? ਅਡੋਲੇਸੈਂਸ। ਉਹ ਉਲਝਿਆ ਹੁੰਦਾ ਹੈਗਾ। ਤਾਂ ਇਹ ਜਿਹੜਾ ਮਤਲਬ ਕਨਸੈਪਟ ਹੈਗਾ ਇਹ ਕਿਹਦਾ ਹੈਗਾ? ਐਰਿਕ ਅਰਿਕਸਨ ਥਿਊਰੀ 'ਚੋਂ ਲਿਆ ਗਿਆ ਇਹ ਕਨਸੈਪਟ ਹੈ, ਜਿਹੜਾ ਐਰਿਕ ਅਰਿਕਸਨ ਥਿਊਰੀ ਹੈ ਜਿਹੜੀ ਆਪਣੀ। ਤਾਂ ਇਹਦੇ 'ਚੋਂ ਇਹ ਕਨਸੈਪਟ ਲਿਆ ਹੋਇਆ ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ। ਤਾਂ ਕਿਹਦੇ ਨਾਲ ਸੰਬੰਧਿਤ ਹੈ? ਇਹ ਐਰਿਕ ਅਰਿਕਸਨ ਨਾਲ, ਠੀਕ ਹੈ ਜੀ। ਅਡੋਲੇਸੈਂਸ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵਾਸ ਅਤੇ ਅਵਿਸ਼ਵਾਸ ਕਿਹੜੇ ਪੜਾਅ ਵਿੱਚ ਵਾਪਰਦਾ? ਟਰਸਟ ਵਰਸਸ ਮਿਸਟਰਸਟ ਹੈਪਨ ਇਨ ਵਿਚ ਸਟੇਜ? ਇਨਫੈਂਸੀ, ਚਾਈਲਡਹੁੱਡ, ਅਰਲੀ ਚਾਈਲਡਹੁੱਡ ਜਾਂ ਅਡੋਲੇਸੈਂਸ? ਇਹ ਵੀ ਐਰਿਕ ਅਰਿਕਸਨ ਦੀ ਥਿਊਰੀ 'ਚੋਂ ਲਿਆ ਗਿਆ ਹੈਗਾ, ਠੀਕ ਹੈ। ਤਾਂ ਇਹਨੇ ਡਿਵੈਲਪਮੈਂਟ ਬਾਰੇ ਆਪਾਂ ਨੂੰ ਦੱਸਿਆ ਕਿ ਬੱਚਾ ਕੀ ਫੀਲ ਕਰਦਾ ਹੈ ਨਾ। ਤਾਂ ਵਿਸ਼ਵਾਸ ਅਤੇ ਅਵਿਸ਼ਵਾਸ ਦਾ ਕੀ ਮਤਲਬ ਹੈ? ਮਤਲਬ ਜਦੋਂ ਬੱਚੇ ਕੋਲ ਕੋਈ ਆਉਂਦਾ ਤਾਂ ਉਹਨੂੰ ਮਤਲਬ ਉਹਦੇ ਟਰਸਟ ਅਤੇ ਮਿਸਟਰਸਟ ਦੀ ਜਿਹੜੀ ਫੀਲਿੰਗ ਹੈ ਉਹ ਆਉਂਦੀ ਰਹਿੰਦੀ ਹੈ, ਠੀਕ ਹੈ। ਕਿਸੇ 'ਤੇ ਉਹ ਵਿਸ਼ਵਾਸ ਕਰ ਲੈਂਦਾ, ਕਿਸੇ 'ਤੇ ਉਹ ਵਿਸ਼ਵਾਸ ਨਹੀਂ ਕਰਦਾ। ਤਾਂ ਇਹ ਕਿਹੜੇ ਪੜਾਅ ਦੇ ਵਿੱਚ ਹੁੰਦਾ?
ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਇਨਫੈਂਸੀ ਦੇ ਵਿੱਚ। ਜਦੋਂ ਬੱਚਾ ਛੋਟਾ ਹੁੰਦਾ ਨਾ ਤਾਂ ਉਦੋਂ ਮਤਲਬ ਉਹ ਇਹ ਚੀਜ਼ ਫੀਲ ਕਰਦਾ, ਜਦੋਂ ਉਹਨੂੰ ਕੋਈ ਬੱਚੇ ਨੂੰ ਮਤਲਬ ਪਿਕ ਕਰਦਾ, ਜਦੋਂ ਉਹਨੂੰ ਉਠਾਉਂਦਾ ਹੈ ਬੱਚੇ ਨੂੰ, ਤਾਂ ਉਹ ਮਤਲਬ ਇਹ ਫੀਲ ਕਰਦਾ ਕਿਸੇ 'ਤੇ ਉਹ ਟਰਸਟ ਕਰਦਾ, ਕਿਸੇ 'ਤੇ ਟਰਸਟ ਨਹੀਂ ਕਰਦਾ। ਅਤੇ ਵਿਸ਼ਵਾਸ ਅਵਿਸ਼ਵਾਸ ਵਾਲਾ ਇਨਫੈਂਸੀ ਦੇ ਵਿੱਚ ਮਤਲਬ ਮਤਲਬ ਜਦੋਂ ਛੋਟਾ ਹੁੰਦਾ ਬੱਚਾ ਇਨਫੈਂਸੀ ਬਚਪਨ ਦੇ ਵਿੱਚ, ਤਾਂ ਉਦੋਂ ਹੀ ਫੀਲ ਕਰਦਾ ਵਿਸ਼ਵਾਸ ਅਤੇ ਅਵਿਸ਼ਵਾਸ। ਐਰਿਕਸਨ ਦੀ ਥਿਊਰੀ ਦੇ ਵਿੱਚ ਹੀ ਲੈ ਗਿਆ ਇਹ, ਐਰਿਕ ਐਰਿਕਸਨ ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਉਮਰ ਗੈਂਗ ਏਜ ਕਹਾਉਂਦੀ ਹੈ, ਵਿਚ ਏਜ ਇਜ਼ ਕਾਲਡ ਗੈਂਗ ਏਜ। ਇਹੋ ਜਿਹੇ ਕੁਐਸਚਨ ਤੁਹਾਨੂੰ ਮਿਲ ਸਕਦੇ ਨੇ। ਏਜ ਬਾਰੇ ਤੁਹਾਨੂੰ ਪਤਾ ਕਿ ਪਤਾ ਹੋਣਾ ਚਾਹੀਦਾ ਕਿ ਕਿਹੜੀ ਉਮਰ ਦੇ ਵਿੱਚ ਬੱਚਾ ਕੀ ਸੋਚਦਾ। ਚਾਈਲਡਹੁੱਡ, ਅਡੋਲੇਸੈਂਸ, ਲੇਟਰ ਚਾਈਲਡਹੁੱਡ ਜਾਂ ਅਰਲੀ ਚਾਈਲਡਹੁੱਡ। ਗੈਂਗ ਏਜ ਕਿਹੜੀ ਹੁੰਦੀ ਹੈ? ਗੈਂਗ ਏਜ ਦਾ ਮਤਲਬ ਬੱਚਾ ਗਰੁੱਪ ਦੇ ਵਿੱਚ ਰਹਿਣ ਲੱਗ ਜਾਂਦਾ, ਆਪਣੇ ਦੋਸਤ ਬਣਾਉਣ ਲੱਗ ਜਾਂਦਾ, ਠੀਕ ਹੈ, ਇੱਕ ਗੈਂਗ ਬਣਾ ਕੇ ਰਹਿਣ ਲੱਗ ਜਾਂਦਾ, ਠੀਕ ਹੈ। ਤਾਂ ਇੱਕ ਗੈਂਗ ਏਜ ਕਹਾਉਂਦੀ ਹੈ, ਤਾਂ ਉਹ ਕਿਹੜੀ ਏਜ ਹੁੰਦੀ ਹੈ ਜਿਹਨੂੰ ਆਪਾਂ ਗੈਂਗ ਏਜ ਕਹਿੰਦੇ ਹਾਂ। ਇਹ ਸਾਰੇ ਕੁਐਸਚਨ ਨੇ ਜਿਹੜੇ ਤੁਹਾਡੇ ਇਹ ਰਿਪੀਟ ਹੋਏ ਕੁਐਸਚਨ ਨੇ, ਅਤੇ ਅੱਗੇ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ ਹੈ। ਜੇ ਪੇਪਰ ਮੋਡਰੇਟ ਲੈਵਲ ਦਾ ਵੀ ਆਉਂਦਾ ਤਾਂ ਆਪਣੇ ਕੁਐਸਚਨਸ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਆਉਣਗੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਲੇਟਰ ਚਾਈਲਡਹੁੱਡ। ਇੱਕ ਤਾਂ ਹੁੰਦੀ ਹੈ ਅਰਲੀ ਚਾਈਲਡਹੁੱਡ ਜਿਹੜੀ ਉਮਰ ਹੁੰਦੀ ਹੈ 2 ਤੋਂ 7 ਸਾਲ ਦੀ, ਜਿਹੜੀ ਲੇਟਰ ਚਾਈਲਡਹੁੱਡ ਹੁੰਦੀ ਹੈ 8 ਤੋਂ 10 ਸਾਲ ਦੀ, ਠੀਕ ਹੈ। ਜਦੋਂ ਬੱਚਾ ਮਤਲਬ ਸਕੂਲ ਜਾਣ ਲੱਗ ਜਾਂਦਾ, ਠੀਕ ਹੈ, ਆਪਣੇ ਦੋਸਤ ਬਣਾਉਣ ਲੱਗ ਜਾਂਦਾ, ਇੱਕ ਗਰੁੱਪਾਂ ਦੇ ਵਿੱਚ ਰਹਿਣ ਲੱਗ ਜਾਂਦਾ, ਉਹ ਤੁਹਾਨੂੰ ਗੈਂਗ ਏਜ ਕਿਹਾ ਜਾਂਦਾ। ਤਾਂ ਲੇਟਰ ਚਾਈਲਡਹੁੱਡ ਉਹ ਉਮਰ ਹੈ, ਲੇਟਰ ਚਾਈਲਡਹੁੱਡ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੋਝ ਤੋਂ ਬਿਨਾਂ ਸਿੱਖਣਾ ਕਿਸ ਦੀ ਧਾਰਨਾ ਹੈ? ਦਾ ਸਲੋਗਨ ਲਰਨਿੰਗ ਵਿਦਆਊਟ ਬਰਡਨ ਇਜ਼ ਕੁਆਇਨਡ ਬਾਏ ਮੈਕੌਲੇ ਮਿਨਟ, ਸ਼ਾਰਦਾ ਕਮੇਟੀ, ਯਸ਼ਪਾਲ ਕਮੇਟੀ ਜਾਂ ਆਲ ਆਫ ਦੀ ਅਬਵ। ਮਤਲਬ ਜਿਹੜਾ ਆਪਾਂ ਸਿੱਖਣਾ ਹੈ ਉਹ 'ਤੇ ਆਪਣੇ 'ਤੇ ਕੋਈ ਬਰਡਨ ਨਾ ਹੋਵੇ, ਆਪਾਂ ਫਰੀਲੀ ਸਿੱਖਣਾ ਹੈ, ਬੋਝ ਤੋਂ ਬਿਨਾਂ ਸਿੱਖਣਾ। ਤਾਂ ਇਹ ਧਾਰਨਾ ਕਿਹੜੀ ਕਮੇਟੀ ਦੀ ਧਾਰਨਾ ਇਹ? ਇਹੋ ਜਿਹਾ ਕੁਛ ਤੁਹਾਨੂੰ ਪੁੱਛਿਆ ਜਾਊਗਾ, ਠੀਕ ਹੈ। ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ, ਕਿਉਂਕਿ ਇਹ ਆਏ ਹੋਏ ਕੁਐਸਚਨ ਨੇ ਪਹਿਲਾਂ, PS ਟੈਟ ਦੇ ਵਿੱਚ ਰਿਪੀਟ ਹੋਏ ਕੁਐਸਚਨ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਯਸ਼ਪਾਲ ਕਮੇਟੀ ਨੇ ਇਹ ਕਿਹਾ ਸੀ ਕਿ ਲਰਨਿੰਗ ਵਿਦਆਊਟ ਬਰਡਨ, ਠੀਕ ਹੈ ਜੀ। ਯਸ਼ਪਾਲ ਕਮੇਟੀ ਨਾਲ ਰਿਲੇਟਡ ਹੈ ਇਹ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਲਟੀ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਦਾ ਨਿਰਮਾਤਾ ਕੌਣ ਹੈ? ਹੂ ਕੁਆਇਨਡ ਮਲਟੀ ਫੈਕਟਰ ਥਿਊਰੀ ਆਫ ਇੰਟੈਲੀਜੈਂਸ? ਜੀਨ ਪਿਆਜੇ, ਵਾਈਗੋਸਕੀ, EL ਥੋਰਨਡਾਈਕ ਜਾਂ ਕੋਹਲਬਰਗ। ਤਾਂ ਜਿਹੜੀਆਂ ਥਿਊਰੀਆਂ ਨੇ, ਟਰਮਜ਼ ਨੇ, ਥਿਊਰੀਜ਼ ਨੇ, ਇਹ ਤੁਹਾਨੂੰ ਪੁੱਛੀਆਂ ਜਾਣਗੀਆਂ ਟੈਟ ਦੇ ਵਿੱਚ, ਠੀਕ ਹੈ। ਤਾਂ ਇਹ ਆਪਾਂ ਸਾਰੀਆਂ ਤੁਹਾਨੂੰ ਕਵਰ ਕਰਵਾਵਾਂਗੇ, ਆਪਣੇ ਸੈਸ਼ਨ ਨੂੰ ਅਟੈਂਡ ਕਰਦੇ ਰਹਿਓ, ਠੀਕ ਹੈ। ਤਾਂ ਤੁਹਾਨੂੰ ਬਹੁਤ ਫਾਇਦਾ ਦੇਣਗੇ। ਤਾਂ ਮਲਟੀ ਫੈਕਟਰ ਥਿਊਰੀ ਹੈ ਜਿਹੜੀ ਇੰਟੈਲੀਜੈਂਸ ਦੀ, ਇਹ ਕਿਹਨੇ ਚਲਾਈ ਸੀ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 EL ਥੋਰਨਡਾਈਕ ਦੀ ਥਿਊਰੀ ਹੈ ਇਹ, ਮਲਟੀ ਫੈਕਟਰ ਥਿਊਰੀ ਆਫ ਇੰਟੈਲੀਜੈਂਸ, EL ਥੋਰਨਡਾਈਕ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਦਾ ਸਮਾਜਿਕ ਅਤੇ ਸੱਭਿਆਚਾਰਕ ਸਿਧਾਂਤ ਕਿਹਨੇ ਦਿੱਤਾ? ਸੋਸ਼ੀਓ ਕਲਚਰ ਥਿਊਰੀ ਆਫ ਲਰਨਿੰਗ ਇਜ਼ ਕੁਆਇਨਡ ਬਾਏ, ਸੋਸ਼ੀਓ ਕਲਚਰ ਥਿਊਰੀ ਆਫ ਲਰਨਿੰਗ ਇਜ਼ ਕੁਆਇਨਡ ਬਾਏ ਜੀਨ ਪਿਆਜੇ, ਵਾਈਗੋਸਕੀ, ਥੋਰਨਡਾਈਕ ਜਾਂ ਕੋਹਲਬਰਗ, ਠੀਕ ਹੈ ਜੀ। ਇਹੋ ਜਿਹੀਆਂ ਟਰਮਜ਼, ਥਿਊਰੀਜ਼ ਤੁਹਾਨੂੰ ਪੁੱਛੀਆਂ ਜਾਣਗੀਆਂ। ਜੇ ਪੇਪਰ ਮੋਡਰੇਟ ਲੈਵਲ ਦਾ ਆਉਂਦਾ ਤਾਂ ਤੁਹਾਨੂੰ ਇਹ ਪੁੱਛੀਆਂ ਹੀ ਜਾਣਗੀਆਂ, ਠੀਕ ਹੈ ਜੀ। ਤਾਂ ਬਾਕੀ ਕੁਐਸਚਨ ਤੁਹਾਨੂੰ ਪਤਾ ਕਿ CDP ਦੇ ਆਪਣੀ ਕਾਮਨ ਸੈਂਸ 'ਤੇ ਆਧਾਰਿਤ ਹੁੰਦੇ ਨੇ। ਜਿੰਨੇ ਵੀ ਕੁਐਸਚਨ ਇੰਪੋਰਟੈਂਟ ਹੈ ਉਹ ਤੁਹਾਨੂੰ ਆਪਣੇ ਸੈਸ਼ਨ ਦੇ ਵਿੱਚ ਮਿਲਣਗੇ, ਠੀਕ ਹੈ ਜੀ। ਇੱਕ ਵੀ ਕੁਐਸਚਨ ਆਪਾਂ ਤੁਹਾਡਾ ਮਿਸ ਨਹੀਂ ਕਰਨ ਦਿੰਦੇ। ਤਾਂ ਸਮਾਜਿਕ ਅਤੇ ਸੱਭਿਆਚਾਰਕ ਸਿਧਾਂਤ ਕਿਹਨੇ ਦਿੱਤਾ? ਸਿੱਖਣ ਦਾ, ਲਰਨਿੰਗ ਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਵਾਈਗੋਸਕੀ ਨੇ ਇਹ ਜਿਹੜਾ ਆਪਾਂ ਨੂੰ ਸਿਧਾਂਤ ਦਿੱਤਾ, ਸੋਸ਼ੀਓ ਕਲਚਰ ਥਿਊਰੀ ਆਫ ਲਰਨਿੰਗ, ਵਾਈਗੋਸਕੀ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਸ਼ਾ ਦਾ ਵਿਕਾਸ ਤੇਜ਼ੀ ਨਾਲ ਕਿਹੜੇ ਪੜਾਅ ਵਿੱਚ ਹੁੰਦਾ? ਲੈਂਗੁਏਜ ਡਿਵੈਲਪਮੈਂਟ ਇਜ਼ ਫਾਸਟ ਇਨ ਵਿਚ ਸਟੇਜ? ਇਨਫੈਂਸੀ, ਅਰਲੀ ਚਾਈਲਡਹੁੱਡ, ਅਡੋਲੇਸੈਂਸ ਜਾਂ ਅਡਲਟਹੁੱਡ, ਠੀਕ ਹੈ। ਭਾਸ਼ਾ ਦਾ ਵਿਕਾਸ ਵੈਸੇ ਤਾਂ ਆਪਣਾ ਹੁੰਦਾ ਹੀ ਰਹਿੰਦਾ, ਹਰ ਇੱਕ ਸਟੇਜ ਦੇ ਵਿੱਚ ਹੀ ਹੁੰਦਾ, ਬਟ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ, ਠੀਕ ਹੈ। ਤਾਂ ਬੈਸਟ ਆਨਸਰ ਇਹਦੇ ਵਿੱਚੋਂ ਚੁਣਨਾ ਕਿ ਸਭ ਤੋਂ ਤੇਜ਼ ਵਿਕਾਸ ਕਿਹੜੇ 'ਚ ਹੁੰਦਾ, ਜਦੋਂ ਬੱਚਾ ਬਹੁਤ ਤੇਜ਼ੀ ਨਾਲ ਜਿਹੜਾ ਭਾਸ਼ਾ ਸਿੱਖਦਾ, ਠੀਕ ਹੈ ਜੀ। ਤਾਂ ਬੈਸਟ ਆਨਸਰ ਤੁਸੀਂ ਚੁਣਨਾ ਹੁੰਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਅਰਲੀ ਚਾਈਲਡਹੁੱਡ। 2 ਤੋਂ 7 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਬੱਚੇ ਦੀ, ਅਰਲੀ ਚਾਈਲਡਹੁੱਡ ਦੀ, ਉਦੋਂ ਬੱਚਾ ਭਾਸ਼ਾ ਬਹੁਤ ਤੇਜ਼ੀ ਨਾਲ ਸਿੱਖਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਅਰਲੀ ਚਾਈਲਡਹੁੱਡ 2 ਤੋਂ 7 ਸਾਲ ਦੀ ਉਮਰ ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਉਮਰ ਜ਼ਿੰਦਗੀ ਦੇ ਬਦਲਾਅ ਦੀ ਉਮਰ ਹੁੰਦੀ ਹੈ? ਵਿਚ ਇਜ਼ ਕਾਲਡ ਟ੍ਰਾਂਜੀਸ਼ਨਲ ਪੀਰੀਅਡ ਆਫ ਲਾਈਫ? ਇਨਫੈਂਸੀ, ਅਰਲੀ ਚਾਈਲਡਹੁੱਡ, ਲੇਟਰ ਚਾਈਲਡਹੁੱਡ ਜਾਂ ਅਡੋਲੇਸੈਂਸ? ਇਹ ਇਹੋ ਜਿਹੀ ਉਮਰ ਹੁੰਦੀ ਹੈ ਜਿਹਦੇ ਵਿੱਚ ਬੱਚਾ ਸੁਧਰ ਵੀ ਸਕਦਾ ਅਤੇ ਵਿਗੜ ਵੀ ਸਕਦਾ, ਮਤਲਬ ਉਹਦਾ ਟ੍ਰਾਂਜੀਸ਼ਨਲ ਪੀਰੀਅਡ ਹੁੰਦਾ ਉਹ,
ਠੀਕ ਹੈ ਜੀ। ਇਹਦੇ ਵਿੱਚ ਬੱਚੇ ਦੀ ਉਮਰ ਦੇ ਵਿੱਚ ਬਹੁਤ ਵੱਡਾ ਬਦਲਾਅ ਆਉਣਾ ਹੁੰਦਾ, ਜਾਂ ਤਾਂ ਉਹ ਵਿਗੜ ਜਾਂਦਾ ਜਾਂ ਉਹ ਸੁਧਰ ਜਾਂਦਾ, ਠੀਕ ਹੈ ਜੀ। ਤਾਂ ਉਹ ਇਹੋ ਜਿਹੀ ਕਿਹੜੀ ਏਜ ਹੁੰਦੀ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਟ੍ਰਾਂਜੀਸ਼ਨਲ ਪੀਰੀਅਡ ਆਫ ਲਾਈਫ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 4 ਅਡੋਲੇਸੈਂਸ, ਕਿਸ਼ੋਰ ਅਵਸਥਾ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। 17-18 ਸਾਲ ਦੀ ਜਿਹੜੀ ਏਜ ਹੁੰਦੀ ਹੈ ਅਡੋਲੇਸੈਂਸ ਦੀ, ਤਾਂ ਇਹ ਮਤਲਬ ਆਪਣੀ ਇੱਕ ਤੂਫਾਨੀ ਉਮਰ ਇਹਨੂੰ ਕਿਹਾ ਜਾਂਦਾ, ਤੂਫਾਨੀ ਉਮਰ ਵੀ ਕਿਹਾ ਜਾਂਦਾ। ਟ੍ਰਾਂਜੀਸ਼ਨਲ ਪੀਰੀਅਡ ਹੁੰਦਾ ਇਹ। ਇੱਥੋਂ ਜਿਹੜਾ ਬੱਚਾ ਹੈ ਉਹ ਜ਼ਿਆਦਾ ਵਿਗੜ ਜਾਂਦਾ ਜਾਂ ਸੁਧਰ ਜਾਂਦਾ, ਮਤਲਬ ਇੱਕ ਰਾਹ ਉਹ ਚੁਣ ਲੈਂਦਾ ਇੱਥੋਂ, ਠੀਕ ਹੈ ਜੀ। ਟ੍ਰਾਂਜੀਸ਼ਨਲ ਪੀਰੀਅਡ ਇਹਨੂੰ ਕਿਹਾ ਜਾਂਦਾ ਅਡੋਲੇਸੈਂਸ ਨੂੰ। ਤਾਂ ਇਹ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਉਮਰ ਸਕੂਲ ਦੀ ਉਮਰ ਕਹਾਉਂਦੀ ਹੈ? ਵਿਚ ਏਜ ਇਜ਼ ਕਾਲਡ ਸਕੂਲ ਏਜ? ਇਨਫੈਂਸੀ, ਅਰਲੀ ਚਾਈਲਡਹੁੱਡ, ਲੇਟਰ ਚਾਈਲਡਹੁੱਡ ਜਾਂ ਅਡੋਲੇਸੈਂਸ? ਉਹ ਕਿਹੜੀ ਉਮਰ ਹੈ ਜਿਹੜੀ ਸਕੂਲ ਦੀ ਉਮਰ ਕਹਾਉਂਦੀ ਹੈ? ਸਕੂਲ ਏਜ। ਤਾਂ ਇਹ ਕੁਐਸਚਨ ਆਪਾਂ ਪਿੱਛੇ ਵੀ ਅਟੈਂਪਟ ਕਰਕੇ ਗਏ ਹਾਂ, ਇੱਕ ਜਿਹੜਾ ਆਪਾਂ ਪਿਛਲਾ ਕੁਐਸਚਨ ਆਪਾਂ ਕਰਕੇ ਗਏ ਹਾਂ ਜਿਹਦੇ 'ਚ ਆਪਾਂ ਗੈਂਗ ਏਜ ਪੜ੍ਹਿਆ ਸੀ, ਠੀਕ ਹੈ ਜੀ। ਤਾਂ ਇਹ ਉਹੀ ਉਮਰ ਹੁੰਦੀ ਹੈ। ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 3 ਲੇਟਰ ਚਾਈਲਡਹੁੱਡ, ਜਦੋਂ ਬੱਚਾ ਗੈਂਗ ਬਣਾਉਣ ਲੱਗ ਜਾਂਦਾ, ਦੋਸਤਾਂ ਦੇ ਵਿੱਚ ਰਹਿਣ ਲੱਗ ਜਾਂਦਾ, ਗਰੁੱਪ ਬਣਾਉਣ ਲੱਗ ਜਾਂਦਾ, ਠੀਕ ਹੈ ਜੀ। ਤਾਂ ਇਹ ਗੈਂਗ ਏਜ ਵੀ ਕਹਾਉਂਦੀ ਹੈ ਅਤੇ ਸਕੂਲ ਏਜ ਵੀ ਕਹਾਉਂਦੀ ਹੈ। ਲੇਟਰ ਚਾਈਲਡਹੁੱਡ 8 ਤੋਂ 10 ਸਾਲ ਦੀ ਉਮਰ ਹੁੰਦੀ ਹੈ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇੱਕ 20 ਸਾਲ ਦਾ ਲੜਕਾ ਜਿਸ ਦੀ ਮਾਨਸਿਕ ਉਮਰ 15 ਸਾਲ ਹੈ, ਤਾਂ ਉਸਦਾ IQ ਲੈਵਲ ਕੀ ਹੋਏਗਾ? ਏ 20 ਈਅਰਸ ਬॉय ਹੂਜ਼ ਮੈਂਟਲ ਏਜ ਇਜ਼ 15 ਈਅਰਸ, IQ ਮਸਟ ਬੀ 64, 75, 80 ਜਾਂ 100। ਤਾਂ ਉਹਦਾ IQ ਲੈਵਲ ਕਿੰਨਾ ਹੋਊਗਾ, ਠੀਕ ਹੈ। ਤਾਂ ਇਹਦਾ ਇੱਕ ਫਾਰਮੂਲਾ ਹੁੰਦਾ, ਇਹੋ ਜਿਹੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ, ਪਰ ਇਹ ਬਹੁਤ ਸਿੰਪਲ ਹੁੰਦੇ ਨੇ, ਠੀਕ ਹੈ। ਇਹਦਾ ਇੱਕ ਫਾਰਮੂਲਾ ਹੁੰਦਾ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ, ਤਾਂ ਤੁਸੀਂ IQ ਹੈ ਜਿਹੜਾ ਉਹ ਬਹੁਤ ਆਸਾਨੀ ਨਾਲ ਕੱਢ ਸਕਦੇ ਹੋ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 75 ਹੋਊਗਾ ਉਹਦਾ IQ ਲੈਵਲ। ਉਹ ਕਿਵੇਂ? IQ ਦਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ IQ ਇਕੁਅਲ ਟੂ ਮੈਂਟਲ ਏਜ ਵਟੇ ਕ੍ਰੋਨੋਲੋਜੀਕਲ ਏਜ ਮਲਟੀਪਲਾਈ 100, ਠੀਕ ਹੈ ਜੀ। ਤਾਂ 15/20 ਗੁਣਾ 100, ਤਾਂ ਜਦੋਂ ਤੁਸੀਂ ਇਹਨੂੰ ਕੱਟੋਗੇ ਤਾਂ ਤੁਹਾਡਾ ਆਨਸਰ ਆਊਗਾ 75, ਠੀਕ ਹੈ ਜੀ। ਤਾਂ ਜਿਹੜੀ 75 ਹੈ ਉਹਦਾ IQ ਲੈਵਲ ਨਿਕਲ ਆਇਆ। ਤਾਂ ਇਹ ਤੁਹਾਨੂੰ ਫਾਰਮੂਲਾ ਜਿਹੜਾ ਇਹ IQ ਇਕੁਅਲ ਟੂ ਮੈਂਟਲ ਏਜ ਅਪੋਨ ਕ੍ਰੋਨੋਲੋਜੀਕਲ ਏਜ ਮਲਟੀਪਲਾਈ ਬਾਏ 100, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤਾਂ ਇਹ ਤੁਹਾਨੂੰ ਇਹੋ ਜਿਹਾ ਕੁਐਸਚਨ ਵੀ ਦੇਖਣ ਨੂੰ ਮਿਲ ਸਕਦਾ, IQ ਤੁਹਾਨੂੰ ਪੁੱਛ ਸਕਦੇ ਨੇ ਉਹ, ਠੀਕ ਹੈ। ਤਾਂ ਇਹਦਾ ਜਦੋਂ ਤੁਹਾਨੂੰ ਫਾਰਮੂਲਾ ਪਤਾ ਹੋਊਗਾ ਤਾਂ ਤੁਸੀਂ ਆਸਾਨੀ ਨਾਲ IQ ਲੈਵਲ ਕੱਢ ਸਕਦੇ ਹੋ। ਤਾਂ ਇਹਦਾ 75 ਆਨਸਰ ਆਊਗਾ, ਠੀਕ ਹੈ ਜੀ। ਤਾਂ ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ ਕਿ ਉਹ ਸਿੱਖਿਆ ਜੋ ਬੱਚਾ ਆਪਣੇ ਪਰਿਵਾਰ ਤੋਂ ਪ੍ਰਾਪਤ ਕਰਦਾ ਹੈ ਕੀ ਕਹਾਉਂਦੀ ਹੈ? ਐਜੂਕੇਸ਼ਨ ਦੈਟ ਚਾਈਲਡ ਰਿਸੀਵਡ ਫਰੋਮ ਹਿਜ਼ ਫੈਮਿਲੀ, ਫਾਰਮਲ, ਇਨਫਾਰਮਲ, ਨਾਨ ਫਾਰਮਲ ਜਾਂ ਆਲ ਆਫ ਦੀ ਅਬਵ? ਤਾਂ ਉਹ ਸਿੱਖਿਆ ਕੀ ਕਹਾਉਂਦੀ ਹੈ ਜਿਹੜੀ ਬੱਚਾ ਆਪਣੇ ਪਰਿਵਾਰ ਤੋਂ ਪ੍ਰਾਪਤ ਕਰਦਾ ਹੈ? ਤਾਂ ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਹੈ ਟੈਟ ਦੇ ਵਿੱਚ, ਠੀਕ ਹੈ। ਸਾਰੇ ਕੁਐਸਚਨ ਹੀ ਜਿੰਨੇ ਆਪਣੇ 15 ਦੇ 15 ਕੁਐਸਚਨ ਰਿਪੀਟ ਹੋਏ ਕੁਐਸਚਨ ਨੇ, ਅਤੇ ਅੱਗੇ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ, ਕਿਉਂਕਿ ਇਹ ਪੂਰੇ ਮੋਡਰੇਟ ਲੈਵਲ ਦੇ ਕੁਐਸਚਨ ਨੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਇਨਫਾਰਮਲ ਕਹਾਉਂਦੀ ਹੈ ਉਹ, ਗੈਰ ਰਸਮੀ ਸਿੱਖਿਆ ਕਹਾਉਂਦੀ ਹੈ। ਰਸਮੀ ਦਾ ਕੀ ਮਤਲਬ ਹੁੰਦਾ? ਰਸਮੀ ਹੁੰਦਾ ਜਿਹੜੀ ਸਿੱਖਿਆ ਰਸਮਾਂ 'ਤੇ ਆਧਾਰਿਤ ਹੋਵੇ, ਜਿਵੇਂ ਕਿ ਆਪਾਂ ਕਿਸੇ ਕਾਲਜ ਜਾਂ ਸਕੂਲ ਦੇ ਵਿੱਚ ਦਾਖਲਾ ਲੈਣਾ ਤਾਂ ਆਪਣਾ ਇੱਕ ਪ੍ਰੋਪਰ ਰਸਮਾਂ ਦੇ ਅਕੋਰਡਿੰਗ ਉੱਥੇ ਦਾਖਲਾ ਹੁੰਦਾ, ਠੀਕ ਹੈ ਜੀ। ਤਾਂ ਜਿਹੜੀ ਗੈਰ ਰਸਮੀ ਹੁੰਦੀ ਹੈ ਇੱਥੇ ਕੋਈ ਇੰਸਟਰਕਸ਼ਨਸ ਨਹੀਂ ਹੁੰਦੀਆਂ, ਮਤਲਬ ਠੀਕ ਹੈ, ਕੋਈ ਇੰਸਟਰਕਸ਼ਨਸ ਨਹੀਂ ਹੁੰਦੀਆਂ, ਤਾਂ ਉਹ ਆਪਣੀ ਪਰਿਵਾਰ ਦੇ ਵਿੱਚ ਹੁੰਦੀ ਹੈ ਗੈਰ ਰਸਮੀ, ਇਨਫਾਰਮਲ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਤਾਂ ਇਹ ਆਪਣੀ ਨੈਚੁਰਲੀ ਹੁੰਦੀ ਹੈ, ਜਿਹੜੀ ਆਪਾਂ ਸਿੱਖਦੇ ਹਾਂ ਆਪਣੇ ਮਾਂ-ਬਾਪ ਤੋਂ ਸਿੱਖਦੇ ਹਾਂ, ਆਪਣੇ ਪਰਿਵਾਰ ਤੋਂ ਸਿੱਖਦੇ ਹਾਂ, ਠੀਕ ਹੈ। ਆਪਾਂ ਨਕਲ ਕਰਕੇ ਉਹਨਾਂ ਦੀ ਸਿੱਖਦੇ ਹਾਂ, ਤਾਂ ਉਹ ਇਨਫਾਰਮਲ ਹੁੰਦੀ ਹੈ, ਗੈਰ ਰਸਮੀ ਹੁੰਦੀ ਹੈ। ਰਸਮੀ ਦੇ ਵਿੱਚ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ, ਠੀਕ ਹੈ। ਰਸਮੀ ਆਪਾਂ ਉਹਨੂੰ ਕਹਿੰਦੇ ਹਾਂ ਜਿਹਦੇ ਵਿੱਚ ਇੱਕ ਆਪਾਂ ਪ੍ਰੋਸੀਜਰ ਦੇ ਥਰੂ ਸਿੱਖਦੇ ਹਾਂ, ਠੀਕ ਹੈ। ਤਾਂ ਰਸਮੀ ਦੇ ਵਿੱਚ ਆਪਾਂ ਜੇ ਮੰਨ ਲਓ ਕੋਈ ਲੈਂਗੁਏਜ ਸਿੱਖਣੀ ਹੈ ਤਾਂ ਉਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੋਊਗਾ ਲੈਂਗੁਏਜ ਸਿੱਖਣ ਦਾ, ਠੀਕ ਹੈ। ਜਿਵੇਂ ਆਪਾਂ ਪੰਜਾਬੀ ਸਿੱਖਣੀ ਹੈ ਤਾਂ ਪਹਿਲਾਂ ਆਪਾਂ ਊੜੇ ਐੜੇ ਤੋਂ ਸਟਾਰਟ ਕਰਦੇ ਹਾਂ, ਫਿਰ ਆਪਾਂ ਹੌਲੀ ਅੱਗੇ ਵੱਧਦੇ ਜਾਂਦੇ ਹਾਂ, ਠੀਕ ਹੈ। ਬਟ ਗੈਰ ਰਸਮੀ ਦੇ ਵਿੱਚ ਆਪਾਂ ਨਕਲ ਕਰਕੇ ਸਿੱਖਦੇ ਹਾਂ, ਠੀਕ ਹੈ। ਤਾਂ ਜਿਹੜੀ ਆਪਣੀ ਸਿੱਖਿਆ ਪਰਿਵਾਰ ਦੇ ਵਿੱਚੋਂ ਹੁੰਦੀ ਹੈ ਉਹ ਗੈਰ ਰਸਮੀ ਹੁੰਦੀ ਹੈ, ਇਨਫਾਰਮਲ ਹੁੰਦੀ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਕੰਪਲੀਟ ਹੋ ਗਿਆ, ਠੀਕ ਹੈ। ਅੱਗੇ ਵੀ ਆਪਣੇ ਰੈਗੂਲਰ ਸੈਸ਼ਨ ਆਉਂਦੇ ਰਹਿਣਗੇ CDP ਦੇ, ਲਗਾਉਂਦੇ ਰਹੋ। ਇਹੋ ਜਿਹੇ ਕੁਐਸਚਨ ਹੀ ਤੁਹਾਨੂੰ ਮਿਲਣਗੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਫਾਲਤੂ ਕੰਟੈਂਟ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ। ਤਾਂ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ।
ਠੀਕ ਹੈ ਜੀ। ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਪੂਰੀ ਮਿਹਨਤ ਕਰਕੇ ਤੁਹਾਡੇ ਅੱਗੇ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ, ਠੀਕ ਹੈ ਜੀ, ਤਾਂ ਕਿ ਤੁਹਾਡਾ ਬਹੁਤ फ़ायदा ਹੋ ਸਕੇ। ਅਤੇ ਨੋਟਸ ਆਪਣੇ ਖੁਦ ਬਣਾਓ, ਠੀਕ ਹੈ, ਕਿਉਂਕਿ ਜੇ ਤੁਸੀਂ ਖੁਦ ਨੋਟਸ ਬਣਾਓਗੇ ਤਾਂ ਤੁਹਾਡੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਚੱਲੂਗੀ, ਠੀਕ ਹੈ। ਤਾਂ ਦੂਸਰੇ ਦੇ ਨੋਟਸ 'ਤੇ ਡਿਪੈਂਡ ਨਾ ਰਹੋ, ਠੀਕ ਹੈ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।